ਕੀ ਹੈ ਆਪਣਾ ਤੇ ਕਿਹੜੇ ਡਿਪਾਰਟਮੈਂਟ ਤੋਂ ਤੁਸੀਂ ਹੋ ਜਿਹੜਾ मैं होम्योपैथिक डिपार्टमेंट तो डॉक्टर रविंदर बावा डिस्ट्रिक्ट ऑफिसर मोहाली। ਕੀ ਕਹਿਣਾ ਚਾਹੋਗੇ ਮੈਮ ਕਿਸ ਤਰ੍ਹਾਂ ਦਾ ਕੈਂਪ ਲੱਗਿਆ ਵਾ ਕੀ ਬੈਨੀਫਿਟ ਹੋ ਰਿਹਾ ਲੋਕਾਂ ਨੂੰ ਤੁਹਾਡੇ ਕੋਲ ਲੋਕਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਤੇ ਅਸੀਂ ਆਪਣੇ ਹੋਮਿਓਪੈਥੀ ਦਾ ਪ੍ਰਚਾਰ ਕਰ ਰਹੇ ਹਾਂ ਬਿਕੋਜ਼ ਹੋਮਿਓਪੈਥੀ ਬਹੁਤ ਸਾਰੀਆਂ ਪ੍ਰੋਬਲਮਸ ਵਾਸਤੇ ਇੱਥੋਂ ਤੱਕ ਕਿ ਨਿਊਬੋਰਨ ਬੱਚੇ ਵਾਸਤੇ ਪ੍ਰੈਗਨੈਂਟ ਮਦਰਸ ਵਾਸਤੇ 올ਡ ਏਜ ਵਾਸਤੇ ਹਰ ਲਾਈਫ ਦੀ ਹਰ ਸਟੇਜ ਤੇ ਬਹੁਤ ਹੀ ਕਾਰਗਰ ਹੈ। ਨੋਰਮਲੀ ਪ੍ਰੈਗਨੈਂਸੀ 'ਚ ਲੋਕੀ ਦਵਾਈਆਂ ਨਹੀਂ ਖਾਂਦੇ ਉਹਨਾਂ ਨੂੰ ਕੋਈ ਵੀ ਤਕਲੀਫ ਹੁੰਦੀ ਹੈ ਕਿ ਬੱਚੇ ਨੂੰ ਸਾਈਡ ਇਫੈਕਟ ਨਾ ਹੋਵੇ ਬਟ ਇਹ ਪ੍ਰੈਗਨੈਂਟ ਵੀਮਨ ਮਦਰਸ ਵਾਸਤੇ ਵੀ ਬਹੁਤ ਜ਼ਿਆਦਾ ਸੇਫ ਹੈ ਕਿਉਂਕਿ ਬੱਚੇ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੁੰਦਾ। ਅੱਜ ਕੱਲ੍ਹ ਬਹੁਤ ਸਾਰੀਆਂ ਲਾਈਫ ਸਟਾਈਲ ਡਿਸੀਜ਼ਜ਼ ਹੈ ਜਿਹੜੀ ਤੁਸੀਂ ਕੁੜੀ ਨੂੰ ਸੁਣੋਗੇ 80% PCOD ਦੀ ਪ੍ਰੋਬਲਮ ਚੱਲ ਰਹੀ ਹੈ ਬਿਨਾਂ ਐਕਸਟਰਨਲ ਹਾਰਮੋਨਸ ਦਿੱਤੇ। ਇਹ ਬਹੁਤ ਅੱਛੀ ਤਰ੍ਹਾਂ PCOD ਨੂੰ ਪਰਮਾਨੈਂਟਲੀ ਠੀਕ ਕਰਦੀ ਹੈ। ਅੱਜ ਕੱਲ੍ਹ ਕਿਡਨੀ ਸਭ ਨੂੰ ਇਹ ਪਤਾ ਵੀ ਹੋਮਿਓਪੈਥੀ ਕਿਡਨੀ ਸਟੋਨਸ ਵਾਸਤੇ ਬਹੁਤ ਅੱਛੀ ਹੈ ਪਰ ਇੱਥੇ ਤੱਕ ਅਸੀਂ ਸੀਮਿਤ ਨਾ ਰਹੀਏ। ਅੱਜ ਕੱਲ੍ਹ ਕਿਉਂਕਿ ਡਾਇਬਟੀਜ਼ ਤੇ ਹਾਈਪਰਟੈਂਸ਼ਨ ਬਹੁਤ ਵੱਧ ਰਹੀ ਹੈ ਇਸ ਕਰਕੇ ਅੱਜ ਕੱਲ੍ਹ ਕਿਡਨੀ ਫੇਲੀਅਰ ਦੇ ਕੇਸਿਸ ਬਹੁਤ ਹੀ ਜ਼ਿਆਦਾ ਹੋ ਗਏ ਹੈ ਜਿਹਦੇ ਵਿੱਚ ਕਿਡਨੀਜ਼ ਨੂੰ ਅਸੀਂ ਪੂਰੀ ਤਰ੍ਹਾਂ ਹੈਲਦੀ ਤੇ ਪੁਰਾਣੀ ਸਟੇਜ ਤੇ ਰਿਵਾਈਵ ਕਰਦੇ ਹਾਂ ਤੇ ਬਹੁਤ ਹੀ ਅੱਛੇ ਇਫੈਕਟ ਹੈ। ਸਾਡੀਆਂ ਬਹੁਤ ਸਾਰੀਆਂ ਡਿਸਪੈਂਸਰੀਜ਼ ਹੈ ਹੋਮਿਓਪੈਥੀ ਦੀਆਂ ਕਿਤੇ ਵੀ ਕਿਸੇ ਵੀ ਐਫੀਸ਼ੀਐਂਟ मतलब किसी भी कॉम्पिटेंट डॉक्टर को तुसी जे जाते हो तो तुहानू किडनी केसिस किडनी फेलियर बहुत अच्छे रिजल्ट्स मिलेंगे। स्टरलिटी के केसिस बहुत वधी जा रहे हैं PCOD करके या होर बहुत सारिया लाइफ स्टाइल प्रॉब्लम करके। सारे लोग तुसी देखोगे यंग कपल्स IVF करा रहे हैं या इंटरवेंशन यूज़ करते हैं सर्जरीज वास्ते जाते ऑप्शनस लेंदे है ना बट उन्होंने कोई जरूरत नहीं पैंदी जे तुसी होमोपैथी करते हो तुसी नैचुरली कंसीव कर सकते हो। पर डॉक्टर साहब गल ये है कि तुसी किडनी की गल कर रहे हो ਜਿਹੜੇ ਹੋਰ ਡਾਕਟਰ ਨੇ ਐਲੋਪੈਥਿਕ ਐਕਸਪਰਟ ਨੇ ਉਹ ਮਤਲਬ ਜਦੋਂ ਕੋਈ ਕਿਡਨੀ ਦੀ ਗੱਲ ਆਉਂਦੀ ਚਾਹੇ ਗਾਲ ਬਲੈਡਰ ਹੋਏ ਸਟੋਨਸ ਕਿਤੇ ਵੀ ਉਹ ਕਹਿੰਦੇ ਜੀ ਹੋਮਿਓਪੈਥਿਕ ਕੁਝ ਨਹੀਂ ਹੈ ਜੀ ਮੇਨ ਤਾਂ ਤੁਸੀਂ ਇਹਦਾ ਆਪਰੇਟ ਕਰਵਾ ਲਓ ਜੀ। ਸਾਡੇ ਕੋਲ ਰਿਕਾਰਡਸ ਹੈ ਔਰ ਬਹੁਤ ਸਾਰੇ ਪੇਸ਼ੈਂਟਸ ਹੈ ਜਿਹੜੇ ਡਾਇਲਿਸਿਸ ਤੱਕ ਸੀਗੇ ਤੇ ਉਹਨਾਂ ਦੀਆਂ ਕਿਡਨੀਜ਼ ਇਸ ਵੇਲੇ ਬਿਲਕੁਲ 100% ਨਾਰਮਲ ਹੈ। ਕ੍ਰੀਟਿਨਿਨ ਬਿਲਕੁਲ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਟੈਸਟ ਨਾ ਕਰਾਓ ਤੁਸੀਂ ਮੈਡੀਸਿਨ ਖਾਓ ਨਾਲ ਤੁਸੀਂ ਆਪਣੀ ਕ੍ਰੀਟਿਨਿਨ ਐਂਡ ਕਿਡਨੀ ਫੰਕਸ਼ਨ ਟੈਸਟ ਕਰਾਓ। ਤੁਸੀਂ ਰਿਪੋਰਟਸ ਹੀ ਤੁਹਾਨੂੰ ਦੱਸਣਗੀਆਂ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਰਿਪੋਰਟਸ ਹੀ ਦੱਸਣਗੀਆਂ ਵੀ ਕਿਡਨੀ ਦੀ ਐਫੀਸ਼ੀਐਂਸੀ ਕਿਸ ਤਰ੍ਹਾਂ ਇੰਪਰੂਵ ਕਰਿਓ। ਤੇ ਦਾਵਾ ਕਰਦੇ ਹੋ ਕਿ ਸਟੋਨ ਹੈ ਤਾਂ ਹੋਮਿਓਪੈਥੀ ਨਾਲ ਆਪਾਂ ਖਤਮ ਕਰ ਦਵਾਂਗੇ। ਸਟੋਨ ਵਾਸਤੇ ਤੇ ਸਾਰੀ ਦੁਨੀਆ ਨੂੰ ਪਤਾ ਹੈ ਉਹ ਤੇ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕੋਈ ਕਫ ਸਿਰਪ ਮਾਰਕੀਟ ਤੋਂ ਖਰੀਦ ਕੇ ਪੀ ਲੈਂਦਾ ਵੀ ਖਾਂਸੀ ਠੀਕ ਹੋ ਜਾਏਗੀ ਇਸ ਕਰਕੇ ਸਭ ਨੂੰ ਪਤਾ ਹੈ ਵੀ ਸਟੋਨ ਠੀਕ ਹੋ ਜਾਂਦਾ ਪਰ ਮੈਂ ਇਹ ਕਹਿ ਰਹੀ ਹਾਂ ਵੀ ਉਸ ਤੋਂ ਉੱਪਰ ਵੀ ਹੈ ਜੇ ਕਿਡਨੀ ਡੈਮੇਜਡ ਵੀ ਹੈ ਕਿਡਨੀ ਕੰਮ ਨਹੀਂ ਕਰ ਰਹੀ ਤੇ ਤਾਂ ਵੀ ਉਹ ਕੰਮ ਕਰਦੀ ਹੈ ਸਕਿਨ। ਹਾਂਜੀ ਮੈਮ ਅੱਜ ਕੱਲ੍ਹ ਲੇਡੀਜ਼ ਦੇ ਵਿੱਚ ਬ੍ਰੈਸਟ ਕੈਂਸਰ ਦਾ ਬਹੁਤ ਚੱਲ ਰਿਹਾ ਸਿਸਟ ਆ ਜਾਂਦੀ ਹੈ ਹਾਂਜੀ ਡਾਕਟਰਸ ਐਲੋਪੈਥੀ ਤੋਂ ਵੀ ਸੁਣਿਆ ਕਿ ਹੋਮੋਪੈਥੀ ਦਾਵਾ ਕਰਦੀ ਹੈ ਕਿ ਆਪਾਂ ਸਿਸਟ ਰਿਮੂਵ ਕਰਾਂਗੇ ਕਿਆ ਸੱਚਾਈ ਹੈ ਬਿਲਕੁਲ ਸੱਚਾਈ ਹੈ ਜੀ ਬਿਲਕੁਲ ਸੱਚਾਈ ਹੈ। ਤੇ ਕਿੰਨੀ ਦੇਰ ਦਾ ਕੋਰਸ ਕਰਨਾ ਪੈਂਦਾ ਇਹ ਪੇਸ਼ੈਂਟ ਟੂ ਪੇਸ਼ੈਂਟ ਡਿਪੈਂਡ ਕਰਦਾ ਹੈ ਕਿ ਉਹਦੀ ਫੈਮਿਲੀ ਹਿਸਟਰੀ ਕੀ ਹੈ ਤੇ ਉਹ ਕਿੰਨੀ ਦੇਰ ਬਾਅਦ ਸਾਡੇ ਕੋਲ ਆ ਰਿਹਾ ਇਲਾਜ ਵਾਸਤੇ ਕਿੰਨੀ ਕੋ ਵੱਡੀ ਪ੍ਰੋਬਲਮ ਹੈ ਕਿੱਥੋਂ ਤੱਕ ਉਹ ਫੈਲੀ ਹੋਈ ਹੈ ਉਹਦੇ ਅਕੋਰਡਿੰਗਲੀ ਡਿਪੈਂਡ ਕਰਦਾ ਹੈ। ਤੇ ਹੋਰ ਬੋਡੀ ਕੋਈ ਸਿਸਟ ਸੂਨ ਉਹ ਵੀ ਰਿਮੂਵ ਹੋ ਸਕਦੀ ਹੈ ਉਹ ਵੀ ਰਿਮੂਵ ਹੋ ਜਾਂਦੀ ਹੈ। ਮੈਂ ਉਹੀ ਤਾਂ PCOD ਕਹਿ ਰਹੀ ਹਾਂ ਪੋਲੀਸਿਸਟਿਕ ਓਵੇਰੀਅਨ ਡਿਜ਼ੀਜ਼ ਜਿਹੜੀ ਅੱਜ ਕੱਲ੍ਹ ਯੰਗ ਗਰਲਸ ਬਹੁਤ ਹੀ ਕਾਮਨ ਹੈ ਬਿਕੋਜ਼ ਆਫ ਦਾ ਲਾਈਫ ਸਟਾਈਲ। ਸਿੰਪਲ ਭਾਸ਼ਾ ਉਹੀ ਹਾਂ ਬਿਕੋਜ਼ ਆਫ ਦਾ ਲਾਈਫ ਸਟਾਈਲ ਓਵਰੀਜ਼ ਦੇ ਵਿੱਚ ਸਿਸਟ ਬਹੁਤ ਹੀ ਕਾਮਨ ਜੀ ਚੀਜ਼ ਹੈ ਜਿਹੜੀ ਕਿ ਆਲਮੋਸਟ 100% ਕਿਉਰੇਬਲ ਹੈ ਵਿਦ ਹੋਮੋਪੈਥੀ ਵਿਦਆਊਟ ਹਾਰਮੋਨਸ। ਕਿਉਂਕਿ ਐਲੋਪੈਥੀ ਸਿੱਧੀ ਕਹਿੰਦੀ ਹੈ ਸਰਜਰੀ ਕਰੋ ਜਾਂ ਆਪਣੀ ਕੀਮੋਜ਼ ਲਗਾਓ ਬਿਲਕੁਲ ਹੋਮੋਪੈਥੀ ਦੇ ਵਿੱਚ ਕੋਈ ਆਫ ਕੋਰਸ ਮੈਂ ਇਹ ਨਹੀਂ ਦਾਵਾ ਕਲੇਮ ਲੈਂਦੀ ਵੀ ਅਸੀਂ ਲਾਸਟ ਸਟੇਜ ਤੇ ਕੈਂਸਰ ਠੀਕ ਕਰ ਦਿੰਦੇ ਆ ਬਟ ਅਗਰ ਟਾइम से पेशेंट ਸਾਡੇ को आ जाता है तो ठीक हो जाता है बड़े अच्छे। सब एक और चीज़ है कि जब कैंप किस तरह की बीमारियां ज़्यादा करके फोकस किनू लेके चल के मतलब कितना कोई इस तरह का भी आया जिदा लगे कि होम्योपैथिक का ट्रीटमेंट नहीं है कोई अगर पेशेंट देखो जो गॉल ब्लैडर स्टोन्स है सपोज तो गॉल ब्लैडर पूरा स्टोन्स ਦੇ ਨਾਲ ਫੁੱਲ ਹੈ ਤੇ ਉਸ ਕੇਸ ਅਸੀਂ ਵੀ ਕਹਿ ਦਿੰਦੇ ਪਲੀਜ਼ ਤੁਸੀਂ ਸਰਜਰੀ ਕਰਾ ਲਓ। ਸਾਨੂੰ ਆਪਣੀ ਲਿਮਿਟੇਸ਼ਨਸ ਪਤਾ ਹੈ ਤੇ ਅਸੀਂ ਝੂਠੇ ਦਾਅਵੇ ਨਹੀਂ ਕਰਦੇ ਜਿਸ ਚੀਜ਼ ਦਾ ਇਲਾਜ ਕਰ ਸਕਦੇ ਹਾਂ ਅਸੀਂ ਉਹਨੂੰ ਹੀ ਕਹਿੰਦੇ ਹਾਂ ਨਹੀਂ ਤਾਂ ਅਸੀਂ ਰੈਫਰ ਕਰ ਦਿੰਦੇ ਹਾਂ। ਮੈਮ ਕੈਂਪ ਤੋਂ ਕੀ ਫਾਇਦਾ ਮਿਲਦਾ ਕੋਈ ਪੇਸ਼ੈਂਟ ਉਹਨਾਂ ਰੈਗੂਲਰ ਜੁੜਦੇ ਨੇ ਨਵੇਂ ਕੁਝ ਤੁਹਾਨੂੰ ਫਾਇਦਾ ਕੁਝ ਪੇਸ਼ੈਂਟਸ ਹਾਂਜੀ ਕੁਝ ਪੇਸ਼ੈਂਟਸ ਜੁੜਦੇ ਹੈ ਕਿਉਂਕਿ ਸਾਡੇ ਨੇੜੇ ਤੇੜੇ ਬਹੁਤ ਸਾਰੇ ਹੋਮਿਓਪੈਥਿਕ ਡਾਕਟਰਸ ਹੈਗੇ ਹੈ ਸੋ ਉਹ ਅਸੀਂ ਉਹਨਾਂ ਨੂੰ ਅੱਛੀ ਤਰ੍ਹਾਂ ਇਹ ਕਹਿ ਦਿੰਦੇ ਹਾਂ ਕਿ ਤੁਸੀਂ ਉੱਥੇ ਫੋਲੋ ਅਪ ਕਰ ਸਕਦੇ ਹੋ। ਕੀ ਲੋਕਾਂ 'ਚ ਅਵੇਅਰਨੈਸ ਆ ਰਹੀ ਹੈ ਕਿਉਂਕਿ ਬੜਾ ਲੰਬਾ ਇਹਦਾ ਟ੍ਰੀਟਮੈਂਟ ਚੱਲਦਾ ਹੋਮਿਓਪੈਥਿਕ ਦਾ। ਨਹੀਂ ਜੀ ਨਹੀਂ ਬਿਲਕੁਲ ਇਹ ਗਲਤਫਹਿਮੀ ਹੈ ਲੰਬਾ ਨਹੀਂ ਚੱਲਦਾ ਬਹੁਤ ਲੰਬਾ ਹੈ ਜੀ ਨਹੀਂ ਬਿਲਕੁਲ ਇਹ ਗਲਤ ਹੈ ਇਹ ਮਿਥ ਹੈ। ਅਸੀਂ ਇੱਥੇ ਨਾ ਕੈਂਪ ਤੇ ਕੇ ਵੀ ਵੰਡ ਰਹੇ ਹਾਂ ਉਹਦੇ ਨਾ ਇਹ ਬਹੁਤ ਅੱਛੀ ਚੀਜ਼ ਹੈ ਜੀ ਤੁਸੀਂ ਦੇਖੋਗੇ ਅਸੀਂ ਇਹ ਪੈਂਫਲੇਟਸ ਵੰਡ ਰਹੇ ਹਾਂ ਇੱਥੇ ਜਿਹਦੇ ਵਿੱਚ ਹੈ ਮਿਥਸ ਐਂਡ ਫੈਕਟਸ ਅਬਾਊਟ ਹੋਮਿਓਪੈਥੀ ਦੀ ਮਿਥਿਆ ਅਤੇ ਤੱਥ। ਸੋ ਇਹਦੇ ਵਿੱਚ ਕੀ ਹੈ ਮੈਮ ਇਹਦੇ 'ਚ ਇਹ ਲਿਖਿਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹੋਮਿਓਪੈਥੀ ਸਲੋ ਐਕਟ ਕਰਦੀ ਹੈ। ਹੁਣ ਕੋਈ ਬੁਖਾਰ ਦਾ ਪੇਸ਼ੈਂਟ ਆਏਗਾ ਅਸੀਂ ਉਹਨੂੰ ਇਹ ਤਾਂ ਕਹਾਂਗੇ ਨਹੀਂ ਵੀ ਤੂੰ ਮਹੀਨੇ 'ਚ ਠੀਕ ਹੋ ਜਾਏਗਾ ਇਮੀਡੀਏਟ ਰਿਜ਼ਲਟਸ ਮਿਲਦੇ ਹੈ ਕਾफ़ी जल्दी वो ठीक हो जाता है। जे किसी को सपोज पेन है माइग्रेन है
ਉਹ ਜਾਂ ਤਾਂ ਗੋਲੀਆਂ ਖਾਂਦਾ ਜਾਂ ਇੰਜੈਕਸ਼ਨ ਲਗਵਾਉਂਦਾ ਹੈ। ਅਸੀਂ ਇਹ ਕਲੇਮ ਕਰਦੇ ਹਾਂ ਵੀ ਅਸੀਂ ਪੇਨ ਕਿਲਰ ਦਿੱਤੇ ਬਿਨਾਂ ਅਸੀਂ ਜੇ ਉਹਨੂੰ ਦਵਾਈ ਦਿੰਦੇ ਹਾਂ ਉਹਦੇ ਮਾਈਗ੍ਰੇਨਸ ਹੋਣੇ ਹੀ ਬੰਦ ਹੋ ਜਾਂਦੇ ਆ। ਸੋ ਅਸੀਂ ਰੂਟ ਕਾਜ਼ ਨੂੰ ਟਰੀਟ ਕਰਦੇ ਹਾਂ। ਤੇ ਮੈਮ ਨਸ਼ੇ ਵਾਸਤੇ ਕਿੰਨੀ ਕਾਰਗਰ ਹੈ ਹੋਮੋਪੈਥੀ? ਜਿਹੜੇ ਨਸ਼ਾ ਛੱਡਣਾ ਚਾਹੁੰਦੇ ਜਿਹੜੇ ਲੋਕ, ਕਾਫੀ ਕਾਰਗਰ ਹੈ। ਸਾਡੇ ਡਾਕਟਰ ਹੈ ਡਾਕਟਰ ਵਿਨੋਦ, ਉਹਨਾਂ ਦੀ ਡੀ ਐਡਿਕਸ਼ਨ ਸੈਂਟਰ ਡਿਊਟੀ ਲੱਗਦੀ ਹੈ ਤੇ ਪਰ ਪੇਸ਼ੈਂਟ ਛੱਡਣਾ ਚਾਹਣਾ ਚਾਹੀਦਾ ਹੈ। ਉਹਦੇ ਵਾਸਤੇ ਨੂੰ ਜਿਹੜੇ ਨਸ਼ਾ ਕਰਦੇ ਨੇ ਉਹਨੂੰ ਸਪੌਂਟੇਨੀਅਸ ਇਫੈਕਟ ਚਾਹੀਦਾ ਦਵਾਈ ਦਾ। ਹਾਂਜੀ, ਉਹਦੇ ਵਿਡਰੋਲ ਇਫੈਕਟਸ ਵਾਸਤੇ ਸਾਡੇ ਕੋਲ ਬਹੁਤ ਅੱਛੀਆਂ ਮੈਡੀਸਿਨਸ ਹੈਗੀਆਂ। मैं जी डॉक्टर विनोद कुमार, होम्योपैथिक मेडिकल ऑफिसर गवर्नमेंट होम्योपैथिक डिस्पेंसरी फेज़ 11 च और ड्रग डी एडिक्शन रिहैबिलिटेशन सेंटर च भी मेरी ड्यूटी होंदी है ਤੇ ਮੈਂ ਇੱਥੇ ਮੋਹਾਲੀ ਪੋਸਟਡ ਹਾਂ। ਡੀ ਐਡਿਕਸ਼ਨ ਸੈਂਟਰ ਦੀ ਗੱਲ ਕਰ ਰਹੇ ਹੋ, ਤੁਹਾਡੇ ਕੋਲ ਬਹੁਤ ਅਹਿਮ ਜ਼ਿੰਮੇਵਾਰੀ ਹੈ ਨੌਜਵਾਨ ਨੂੰ ਜਾਂ ਕਿਸੇ ਨੂੰ ਨਸ਼ੇ ਤੋਂ ਛੁਟਕਾਰਾ ਦਿਲਾਉਣਾ। ਹਾਂਜੀ। ਕੀ ਤੁਸੀਂ ਕੀ ਦਾਅਵਾ ਕਰਦੇ ਹੋ ਕਿ ਕਿੰਨਾ ਕਾਮਯਾਬ ਹੋ ਰਹੇ ਹੋ ਤੁਸੀਂ ਆਪਣੇ ਟ੍ਰੀਟਮੈਂਟ 'ਚ? ਦੇਖੋ ਜੀ, ਪਹਿਲਾਂ ਤਾਂ ਮੈਂ ਐਡਿਕਸ਼ਨ ਦੀ ਗੱਲ ਕਰਾਂਗਾ। ਐਡਿਕਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਆਦਤ ਪੈ ਜਾਣਾ। ਇਹ ਜ਼ਰੂਰੀ ਨਹੀਂ ਡਰੱਗਸ ਦੀ। ਹੁਣ ਦੇਖੋ ਅੱਜ ਕੱਲ੍ਹ ਅਸੀਂ ਜਿਹੜੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ ਉਹਦੇ 'ਚ ਕੋਈ ਦਵਾਈ ਰੈਗੂਲਰ ਹੀ ਚੱਲਦੀ ਹੈ, ਕੋਈ ਦਵਾਈ ਛੁੱਟਦੀ ਨਹੀਂ, ਬਲਕਿ ਦਵਾਈਆਂ ਐਡ ਆਨ ਹੁੰਦੀਆਂ ਜਾਂਦੀਆਂ ਵਿਦ ਦਾ ਪੈਸੇਜ ਆਫ ਟਾਈਮ। ਤੇ ਇੱਕ ਐਡਿਕਸ਼ਨ ਦੂਜੀ। ਹੁਣ ਦੇਖੋ ਜੀ, ਐਡਿਕਸ਼ਨ ਡੀ ਐਡਿਕਸ਼ਨ 'ਚ ਆਪਾਂ ਜਾਂਦੇ ਹਾਂ ਤੇ ਉੱਥੇ ਜਿਹੜੀ ਵੀ ਦਵਾਈ ਦਿੱਤੀ ਜਾਂਦੀ ਹੈ ਐਡਿਕਸ਼ਨ ਛੁਡਾਉਣ ਵਾਸਤੇ ਉਹਦੀ ਹੀ ਆਦਤ ਪੈ ਜਾਂਦੀ ਹੈ। ਤੇ ਸਰਕਾਰ ਨੇ ਇਸ ਐਡਿਕਸ਼ਨ ਛੁਡਾਉਣ ਵਾਸਤੇ ਇੱਕ ਜਿਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਹੋਮਿਓਪੈਥੀ ਮਤਲਬ ਦਵਾਈ ਦਾ ਔਰ ਐਡਿਕਸ਼ਨ ਵੀ ਛੁੱਟ ਜਾਏ ਉਹਦੇ ਵਾਸਤੇ ਹੋਮਿਓਪੈਥੀ ਇੰਟਰੋਡਿਊਸ ਕੀਤੀ ਹੈ। ਤੇ ਉੱਥੇ ਨਾ ਤਾਂ ਇਹਨਾਂ ਦਵਾਈਆਂ ਦਾ ਕੋਈ ਆਦਤ ਪੈਂਦੀ ਹੈ ਮਗਰੋਂ ਔਰ ਪੇਸ਼ੈਂਟ ਬਿਲਕੁਲ ਠੀਕ ਹੋ ਕੇ ਜਾਂਦਾ ਉੱਥੇ। ਔਰ ਈਵਨ ਕਿ ਜਿਹੜੀ ਦਵਾਈ ਅਸੀਂ ਆਲਰੇਡੀ ਖਾਂਦੇ ਹਾਂ ਡੀ ਐਡਿਕਸ਼ਨ ਵਾਸਤੇ ਐਲੋਪੈਥੀ, ਉਹਦਾ ਸਾਈਡ ਇਫੈਕਟ ਜਿੰਨੇ ਵੀ ਸਾਰੇ ਕਵਰ ਅਪ ਹੋ ਜਾਂਦੇ ਉਹਦੇ ਨਾਲ। ਤੇ ਡੀ ਐਡਿਕਸ਼ਨ ਜਿੰਨੇ ਵੀ ਪੇਸ਼ੈਂਟ ਰਿਹੈਬਿਲਿਟੇਸ਼ਨ 'ਚ ਹੁੰਦੇ ਉਹ ਸਾਡੇ ਕੋਲ ਆ ਕੇ ਇਹ ਦਵਾਈਆਂ ਲੈ ਰਹੇ ਨੇ ਔਰ ਲਾਭ ਪ੍ਰਾਪਤ ਕਰਦੇ ਨੇ। ਸਰ, ਇਹ ਲਾਇਨਸ ਕਲੱਬ ਦੇ ਸਹਿਯੋਗ ਨਾਲ ਕੈਂਪ ਲੱਗਿਆ ਹੋਇਆ ਜਿੱਥੇ ਤੁਸੀਂ ਆ ਟ੍ਰੀਟਮੈਂਟ ਵਗੈਰਾ ਕਰ ਰਹੇ ਹੋ, ਕੀ ਕਹਿਣਾ ਚਾਹੋਗੇ ਲਾਇਨਸ ਕਲੱਬ ਮੋਹਾਲੀ ਬਾਰੇ? ਹਾਂਜੀ, ਲਾਇਨਸ ਕਲੱਬ ਮੋਹਾਲੀ ਸਾਡੇ ਜੀ ਬਹੁਤ ਹੀ ਅਜ਼ੀਜ਼ ਨੇ ਸਾਰੇ ਹੀ ਲੋਕ ਔਰ ਸਾਨੂੰ ਇਹ ਹੈਲਪ ਕਰਦੇ ਨੇ। ਸਾਡੀ ਜਿਹੜੇ ਵੀ ਇਹ ਕੈਂਪ ਲੱਗਦੇ ਨੇ ਉਹਨਾਂ ਇਹ ਕੈਂਪ 'ਚ ਸਾਨੂੰ ਹੈਲਪ ਕਰਦੇ ਆ, ਕੈਂਪਸ ਅਰੇਂਜ ਕਰਵਾਉਂਦੇ ਆ ਸਾਰੇ ਔਰ ਮਾਸ ਮੋਬਿਲਾਈਜੇਸ਼ਨ ਵੀ ਕਰਦੇ ਆ ਸਾਰੇ। ਹੋਰ ਵੀ ਕੋਈ ਇਹੋ ਜਿਹੇ ਉਪਰਾਲੇ ਜਦੋਂ ਹੁੰਦੇ ਆ ਤੇ ਸਾਡੀ ਜ਼ਰੂਰ ਹੈ ਅਸੀਂ ਵੀ ਇਹਨਾਂ ਦੀ ਔਰ ਅਸੀਂ ਮਿਊਚੁਅਲੀ ਇੱਕ ਦੂਜੇ ਨੂੰ ਹੈਲਪ ਕਰ ਰਹੇ ਹਾਂ। ਇਸ ਅੱਜ ਕਿੰਨੇ ਕੁ ਲੋਕ ਬੈਨੀਫਿਟ ਲੈ ਚੁੱਕੇ ਹੋਣੇ ਹੁਣ ਤੱਕ? ਮੇਰੇ ਖਿਆਲ 100-120 ਪੇਸ਼ੈਂਟ ਹੋ ਗਏ ਨੇ ਅਜੇ ਤੱਕ ਜਿਹੜੇ ਅਸੀਂ ਪੇਸ਼ੈਂਟ ਦੇਖ ਲਏ ਸਵੇਰ ਕੇ ਆ ਕੇ। ਸਰ ਜਿੱਦਾਂ ਐਲੋਪੈਥੀ ਵਿੱਚ ਕਈ ਦਵਾਈਆਂ ਰਿਐਕਟ ਕਰ ਜਾਂਦੀਆਂ, ਖਾਰਿਸ਼ ਹੋ ਜਾਂਦੀ ਹੈ, ਕਿਸੇ ਨੂੰ ਈਚਿੰਗ ਹੋ ਜਾਏਗੀ, ਤਾਂ ਹੋਮੋਪੈਥੀ ਵਿੱਚ ਵੀ ਇੱਦਾਂ ਕੋਈ ਦਵਾਈ ਰਿਐਕਟ ਕਰ? ਹੋਮਿਓਪੈਥੀ ਦੀ ਜੀ ਸਭ ਤੋਂ ਪਹਿਲਾਂ ਇਹ ਹੈ ਵੀ ਹੋਮਿਓਪੈਥੀ ਇਜ਼ ਇਕੁਅਲ ਟੂ ਰਾਈਟ ਇਫੈਕਟ ਵਿਦਆਊਟ ਸਾਈਡ ਇਫੈਕਟ। ਹੋਮਿਓਪੈਥੀ ਲੈਂਦੇ ਇਸ ਕਰਕੇ ਲੋਕੀ ਕੋਈ ਦਾ ਸਾਈਡ ਇਫੈਕਟ ਹੀ ਕੋਈ ਨਹੀਂ ਹੈ। ਸੋ ਇਸ ਕਰਕੇ ਹੋਮਿਓਪੈਥੀ ਦੀ ਪ੍ਰਮੋਸ਼ਨ ਔਰ ਦੇਖੋ ਜਿੱਥੇ ਐਲੋਪੈਥੀ ਫੇਲ ਹੋ ਜਾਂਦੀ ਹੈ ਹੋਰ ਪੈਥੀਆਂ ਫੇਲ ਹੋ ਜਾਂਦੀਆਂ ਤੇ ਹੋਮਿਓਪੈਥੀ ਜਿਹੜੀ ਹੈ ਉਹ 'ਤੇ ਅਸਰ ਕਰਨੀ ਚਾਹੀਦੀ ਹੈ। ਡਾਕਟਰ ਸਾਹਿਬ ਦਵਾਈ ਦੀ ਪ੍ਰਿਸਕ੍ਰਿਪਸ਼ਨ ਹੈਗੀ ਹੈ, ਸਪੋਜ਼ ਮੈਂ ਇੱਥੋਂ ਦਵਾਈ ਲਿੱਤੀ ਹੈ, ਕਿ ਉਹ ਪ੍ਰਿਸਕ੍ਰਿਪਸ਼ਨ ਮੈਨੂੰ ਕਿਤੇ ਹੁਸ਼ਿਆਰਪੁਰ ਜਾਂ ਕਿਸੇ ਹੋਰ ਜਗ੍ਹਾ ਵੀ ਸੇਮ ਮਿਲ ਜਾਏਗੀ? ਬਿਲਕੁਲ ਜੀ, ਹੋਮਿਓਪੈਥੀ ਪੰਜਾਬ 'ਚ ਮੈਂ ਤੁਹਾਨੂੰ ਦੱਸਾਂ ਪੰਜਾਬ ਹੋਮਿਓਪੈਥੀ ਸਭ ਤੋਂ ਪਹਿਲਾਂ ਪੰਜਾਬ 'ਚ ਹੀ ਆਈ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ। ਤੇ ਅਵੇਲੇਬਿਲਿਟੀ ਆਫ ਦਾ ਹੋਮਿਓਪੈਥੀ ਇਨ ਪੰਜਾਬ ਇਜ਼ ਵੈਰੀ ਮਚ ਗੁੱਡ ਦੈਨ ਅਦਰ ਸਟੇਟਸ ਮੈਂ ਇਹ ਕਹਾਂਗਾ। ਡਾਕਟਰ ਸਾਹਿਬ ਦੀ ਗੱਲ ਹੋ ਰਹੀ ਹੈ ਹੋਮਿਓਪੈਥੀ ਇੰਨੀ ਪੁਰਾਣੀ ਟੈਕਨੀਕ ਹੈ ਐਲੋਪੈਥੀ, ਲੇਕਿਨ ਗੱਲ ਸਵਾਲ ਉੱਥੇ ਇਹ ਹੈ ਕਿ ਲੋਕਾਂ 'ਚ ਅਵੇਅਰਨੈਸ ਨਹੀਂ ਹੈ ਜਾਂ ਉਹਨਾਂ ਦੀ ਜ਼ਿਆਦਾ ਭਰਮਾਰ ਹੈ ਕਿ ਹਰ ਜਗ੍ਹਾ ਤੁਸੀਂ ਜਾਓ ਸਭ ਤੋਂ ਪਹਿਲਾਂ ਤੁਹਾਨੂੰ ਐਲੋਪੈਥਿਕ ਦਿਖਦੀ ਹੈ। ਲੋਕ ਟ੍ਰੀਟਮੈਂਟ ਤੇ ਜ਼ਿਆਦਾ ਫੇਥ ਕਰਦੇ ਆ, ਆਪਣਾ ਅਸਰ ਹੌਲੀ ਹੌਲੀ ਕਰਦਾ ਤਾਂ ਕਰਕੇ ਲੋਕ ਲਾਈਕ। ਦੇਖੋ ਜੀ, ਬਿਮਾਰੀ ਜੇ ਹੁਣ ਤੁਸੀਂ ਲਾਓ, ਮੇਰੇ ਕੋਲ ਇੱਕ ਪੇਸ਼ੈਂਟ ਆਉਂਦਾ ਥਾਇਰਾਇਡ ਦਾ ਔਰ ਉਹ 6 ਮਹੀਨੇ 'ਚ ਠੀਕ ਹੋ ਜਾਂਦਾ। ਇੱਕ ਪਾਸੇ ਐਲੋਪੈਥੀ 'ਚ ਉਹਦੀ ਪੂਰੀ ਉਮਰ ਮੈਡੀਸਿਨ ਚੱਲਦੀ ਹੈ। ਤੁਸੀਂ ਮੈਨੂੰ ਦੱਸੋ ਕਿਹੜਾ ਫਾਸਟ ਹੈ? ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਜੇ ਅੱਜ ਤੁਹਾਡੇ ਆਪਣੀ ਤੁਸੀਂ ਡਿਸਪੈਂਸਰੀ ਜਿੱਥੇ ਤੁਸੀਂ ਟ੍ਰੀਟਮੈਂਟ ਕਰਦੇ ਹੋ ਤੁਹਾਡੇ ਕੋਲ ਕਿੰਨੇ ਪੇਸ਼ੈਂਟ ਵਿਜ਼ਿਟ ਦੀ ਨੰਬਰ ਆਫ ਪੇਸ਼ੈਂਟ ਕਿੰਨੇ ਹੋਣਗੇ? ਤੁਹਾਡੇ ਨਾਲ ਐਲੋਪੈਥਿਕ ਦੀ ਉੱਥੇ ਰਸ਼ ਇੰਨਾ ਲੱਗਿਆ ਹੁੰਦਾ, ਕੀ ਡਿਫਰੈਂਸ ਕੀ ਹੈ ਦੋਨਾਂ 'ਚ? ਤੁਸੀਂ ਸਾਡੀ ਡਿਸਪੈਂਸਰੀ 'ਚ ਇੱਕ ਵਾਰੀ ਇੱਥੇ ਇੱਦਾਂ ਹੀ ਮੀਡੀਆ ਵਾਲੇ ਆਏ ਤੇ ਉਹ ਦੱਸ ਰਹੇ ਸੀ 90 OPD ਹੈ ਅੱਜ ਦੀ, ਤੇ ਸਾਡੇ ਘਰ ਨਹੀਂ ਆਏ ਤੇ ਸਾਡੀ 77 ਸੀ। ਔਰ ਉੱਥੇ ਬਲਕਿ ਸਾਡੇ ਕੋਲ ਸਟਾਫ ਵੀ ਘੱਟ ਹੈ ਔਰ ਅਮੈਨਿਟੀਜ਼ ਵੀ ਘੱਟ ਹੁੰਦੀਆਂ ਨੇ ਕਈ ਵਾਰੀ, ਪਰ ਅਸੀਂ ਮੈਨੇਜ ਕਰਦੇ ਨੇ ਪੇਸ਼ੈਂਟਸ ਔਰ ਰੈਗੂਲਰ ਆਉਂਦੇ ਨੇ ਸਾਡੇ ਕੋਲ। ਇਹ ਨਹੀਂ ਹੈ ਕਿ ਸੀਜ਼ਨਲ ਪੇਸ਼ੈਂਟ ਹੈ ਜਾਂ ਵੈਕਸੀਨੇਸ਼ਨ ਵਾਸਤੇ ਆਏ ਹੈ ਜਾਂ ਵੈਸੇ, ਇਹ ਰੈਗੂਲਰ ਪੇਸ਼ੈਂਟ ਦੀ ਹਾਜ਼ਰੀ ਹੈ। 430 ਰੁਪਏ ਮੇਰੀ ਲਾਸਟ ਪਰਚੀ ਫੀਸ ਜਮ੍ਹਾਂ ਹੋਈ ਹੋਈ। ਸਰ ਦੀ ਤਸਵੀਰ ਦੀ ਗੱਲ ਕਰੀਏ ਤਾਂ ਐਲੋਪੈਥੀ ਵੀ ਲਗਾ ਲਓ ਜਾਂ ਆਯੁਰਵੇਦੀ ਲਗਾ ਲਓ, ਗਰਮ ਹੁੰਦੀਆਂ ਦਵਾਈਆਂ ਇਹ ਕਿਆ ਹੋਮਿਓਪੈਥੀ ਦਵਾਈ ਕੋਈ ਗਰਮ ਜਾਂ ਠੰਡੀ ਨਹੀਂ ਹੁੰਦੀ, ਉਹ ਤਸਵੀਰ ਦੇ ਮੁਤਾਬਕ ਹੁੰਦੀ। ਕੰਸਟੀਟਿਊਸ਼ਨਲ ਟ੍ਰੀਟਮੈਂਟ ਕਹਿੰਦੇ ਇਹਨੂੰ ਆਪਾਂ, ਕਿਉਂਕਿ ਹਰ ਇੱਕ ਆਦਮੀ ਜੈਨੇਟਿਕਲੀ ਵੱਖ ਹੈ, ਉਹਨੂੰ ਉਸ ਹਿਸਾਬ ਨਾਲ ਉਹਦੀ ਬਿਮਾਰੀ ਦਾ ਇਲਾਜ ਹੋਣਾ ਚਾਹੀਦਾ। ਤੁਹਾਨੂੰ ਵੀ ਤਾਂ ਪਤਾ ਲੱਗਦਾ ਕਿ ਇਸ ਬੰਦੇ ਨੂੰ ਜਦੋਂ ਆਪਾਂ ਕੇਸ ਟੇਕਿੰਗ ਕਰਦੇ ਹਾਂ ਉਹਦੇ 'ਚ ਸਾਰੀ ਚੀਜ਼ਾਂ ਹੀ ਆਪਾਂ ਡਿਟਰਮਿਨ ਕਰਦੇ ਹਾਂ, ਆਦਮੀ ਦਾ ਸਟੇਟ ਆਫ ਮਾਈਂਡ ਐਂਡ ਸਟੇਟ ਆਫ ਫਿਜ਼ੀਕਲ ਬੀਇੰਗ। ਜਦੋਂ ਇਹਨਾਂ ਨੂੰ ਕੰਬਾਈਨ ਆਪਾਂ ਕਰਦੇ ਹਾਂ ਤਾਂ ਦੈਟਸ ਵਾਈ ਇਟ ਇਜ਼ ਕਾਲਡ ਐਜ਼ ਹੋਲਿਸਟਿਕ ਟ੍ਰੀਟਮੈਂਟ।
ਅਸਲ 'ਚ ਹੋਲਿਸਟਿਕ ਟ੍ਰੀਟਮੈਂਟ ਹੋਮਿਓਪੈਥੀ ਹੀ ਹੈ। ਔਰ ਦੂਜੀ ਗੱਲ ਮੈਂ ਤੁਹਾਨੂੰ ਹੋਰ ਦੱਸਣ ਲੱਗਿਆ, ਅੱਜ ਕੱਲ੍ਹ ਇੱਕ ਨੈਨੋ ਟੈਕਨੋਲੋਜੀ ਤੁਸੀਂ ਸੁਣੀ ਹੋਣੀ ਹੈ। ਹੋਮਿਓਪੈਥੀ ਸਾਇੰਸ ਜਿਹੜੀ ਉਹ ਸ਼ੁਰੂ ਤੋਂ ਹੀ ਨੈਨੋ ਸਾਇੰਸ ਹੈ। ਇਹਦੇ 'ਚ ਤੁਸੀਂ ਡਰੱਗਸ ਦੀ ਜਿਹੜੀ ਅਮਾਊਂਟ ਉਹਨੂੰ ਫਾਈਂਡ ਆਊਟ ਨਹੀਂ ਕਰ ਸਕਦੇ। ਇਹਦੇ ਦੋ ਹੀ ਪੋਟੈਂਸੀਜ਼ ਨੇ, ਫਿਜ਼ੀਕਲ ਵੀ ਔਰ ਡਾਇਨਾਮਿਕ ਵੀ। ਤੇ ਜਿਹੜੀ ਸਾਡੇ ਮਨੁੱਖੀ ਸਰੀਰ ਦੀ ਬਣਤਰ ਹੈ ਉਹ ਫਿਜ਼ੀਕਲ ਜਿਹੜੀ ਸਾਨੂੰ ਦਿਖ ਰਹੀ ਹੈ, ਇੱਕ ਡਾਇਨਾਮਿਕ ਜਿਹੜੀ ਮਾਨਸਿਕ ਤੌਰ ਤੇ ਹੁੰਦੀ ਹੈ ਸਾਡੀ। ਸੋ ਇਹਨਾਂ ਦੋਹਾਂ ਚੀਜ਼ਾਂ ਨੂੰ ਜਦੋਂ ਆਪਾਂ ਕੰਬਾਈਨ ਕਰਦੇ ਹਾਂ ਤਾਂ ਹੋਮਿਓਪੈਥੀ ਮੈਡੀਸਨ ਸਿਰਫ ਔਰ ਸਿਰਫ ਹੋਮਿਓਪੈਥੀ ਜੀ ਹੈ। ਫਿਰ ਲੋਕ ਹੋਮਿਓਪੈਥੀ ਇੰਨੀ ਕਾਰਗਰ ਹੈਗੀ ਹੈ ਕਿ ਲੋਕ ਐਲੋਪੈਥੀ ਵੱਲ, ਜਿਹੜੇ ਡਾਕਟਰਸ ਨੇ ਜਿਹੜੇ ਸਟੱਡੀ ਕਰ ਰਹੇ ਨੇ ਉਹ ਐਲੋਪੈਥੀ ਵੱਲ ਨੂੰ ਕਿਉਂ ਜਾ ਰਹੇ, ਡਾਕਟਰਸ ਕਿਉਂ ਘੱਟ ਹੋਮਿਓਪੈਥੀ ਦੇ? ਇਸ ਕਰਕੇ ਕਿਉਂਕਿ ਹਰ ਕੋਈ ਲੋਕ ਅੱਜ ਕੱਲ ਇਮੀਡੀਏਟ ਆਰਾਮ ਚਾਹੁੰਦਾ ਆਪਣੀ ਪ੍ਰੋਬਲਮ ਵਾਸਤੇ, ਭਾਵੇਂ ਉਹਨੂੰ ਇੱਕ ਇਮੀਡੀਏਟ ਟ੍ਰੀਟਮੈਂਟ ਵਾਸਤੇ ਅੱਗੇ ਕਈ ਸਾਰੇ ਭੁਗਤਾਨ ਕਰਨੇ ਪੈਣ। ਉਹ ਤਾਂ ਹੋਮਿਓਪੈਥੀ ਵੀ ਦਾਅਵਾ ਕਰ ਰਹੀ ਕਿ ਇਮੀਡੀਏਟ ਹੋਏਗਾ, ਮਿਥ ਦੇ ਵਿੱਚ ਦੇ ਤੱਥ। ਇਹਦੇ 'ਚ ਇਹ ਹੈ ਵੀ ਸ਼ਾਰਟ ਟਰਮ ਗੇਨ ਐਂਡ ਲੌਂਗ ਟਰਮ ਲॉसेस इज एलोपैथी, शॉर्ट टर्म लॉस बट लॉन्ग टर्म गेन इज होम्योपैथी। ਠੀਕ ਹੈ।